ਬਈ ਉਹਨਾਂ ਗੁਰਮੁਖ ਜਨਾਂ ਦੀ ਜਿਹੜੇ ਭਗਤ ਜਨ ਨੇ, ਗੁਰਮੁਖ ਪਿਆਰੇ ਨੇ, ਉਹਨਾਂ ਦੀ ਸੰਗਤ ਵਿੱਚ ਜਾ ਕੇ ਮੈਂ ਕਰਾਂ ਕੀ? ਉੱਥੇ ਮੈਂ ਜਾ ਕੇ ਬੈਠ ਕੇ ਕਰਨਾ ਕੀ ਹੈ? ਮੇਰੀ ਇਹ ਅਰਦਾਸ ਹੈ ਕਿ ਪ੍ਰਮਾਤਮਾ ਸ਼ਰਵਣੀ ਸੁਨੋ ਬਿਮਲ ਜਸ ਸੁਆਮੀ। ਬਿਮਲ ਸ਼ਬਦ ਨਿਰਮਲ ਵੀ ਆਉਂਦਾ ਹੈ ਤੇ ਬਿਮਲ ਵੀ ਆਉਂਦਾ ਹੈ। ਮਲ ਦਾ ਅਰਥ ਵੀ ਹੈ ਮੈਲ ਤੋਂ ਨਿਰਲੇਪ, ਤੇ ਬਿਮਲ ਦਾ ਅਰਥ ਵੀ ਹੈ ਮੈਲ ਤੋਂ ਬਿਨਾ। ਜਿਹੜਾ ਮੈਲ ਤੋਂ ਬਿਨਾ ਹੈ ਗੁਰੂ ਕੇ ਪਿਆਰ ਵਾਲਿਓ, ਉਹੀ ਪਵਿੱਤਰ ਹੈ। ਉਸੇ ਨੂੰ ਆਪਾਂ ਕਹਿ ਦਿੰਦੇ ਆ ਇਹ ਸ਼ੁੱਧ ਹੈ, ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਮੈਲ ਨਹੀਂ, ਕੋਈ ਖੋਟ ਨਹੀਂ। ਕੱਲ ਹੀ ਅਜੇ ਆਪਾਂ ਖਾਲਸਾ ਜੀ ਦਾ ਸਾਜਨਾ ਦਿਵਸ, ਸੰਪੂਰਨਤਾ ਦਿਵਸ ਮਨਾ ਕੇ ਹਟੇ ਹਾਂ। ਖਾਲਸੇ ਦਾ ਮਤਲਬ ਵੀ ਅਰਥ ਹੈ ਸ਼ੁੱਧ, ਬਿਮਲ, ਨਿਰਮਲ, ਪਵਿੱਤਰ ਤੋਂ ਪਵਿੱਤਰ। ਜੇ ਅਸੀਂ ਚਾਹੁੰਦੇ ਹਾਂ ਅਸੀਂ ਖਾਲਸੇ ਬਣ ਜਾਈਏ, ਮੈਂ ਕੱਲ ਵੀ ਜ਼ਿਕਰ ਕੀਤਾ ਸੀ ਨਾ, ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਤੋਂ ਲੈ ਕੇ 1699 ਤੱਕ ਉਹਨਾਂ ਦੇ ਅੰਦਰ ਇਹ ਸਾਰੇ ਗੁਣ ਫੀਡ ਕੀਤੇ ਗਏ। ਉਹਨਾਂ ਨੂੰ ਗੁਰਬਾਣੀ ਸਰਵਨ ਕਰਵਾਈ ਗਈ, ਗੁਰਮਤਿ ਵਿਚਾਰਾਂ, ਗੁਰਬਾਣੀ ਦਾ ਕੀਰਤਨ। ਇਸ ਕਰਕੇ ਤਾਂ ਕਿ ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਜਿਹੜੀ ਵਿਕਾਰਾਂ ਦੀ ਰੰਚਕ ਮਾਤਰ ਵੀ ਮੈਲ ਹੈ ਉਹ ਕਿਤੇ ਅੰਦਰ ਟਿਕੀ ਨਾ ਰਹਿ ਜਾਏ। ਖਿਆਲ ਕਰਿਓ, ਜਿਸ ਦੇ ਅੰਦਰ ਮੈਲ ਹੈ ਉਹ ਨਿਰਮਲ ਨਹੀਂ, ਉਹ ਬਿਮਲ ਨਹੀਂ, ਉਹ ਕਦੀ ਖਾਲਸਾ ਨਹੀਂ ਹੋ ਸਕਦਾ, ਉਹ ਕਦੀ ਸ਼ੁੱਧ ਨਹੀਂ ਹੋ ਸਕਦਾ, ਉਹ ਕਦੀ ਪਵਿੱਤਰ ਨਹੀਂ ਹੋ ਸਕਦਾ। ਤੇ ਇਸੇ ਲਈ ਸਤਿਗੁਰ ਨੇ ਕਿਰਪਾਲਤਾ ਕੀਤੀ ਪਵਿੱਤਰ ਕਰਨ ਵਾਸਤੇ, ਸਾਨੂੰ ਇਹ ਧੁਰ ਕੀ ਬਾਣੀ, ਇਹ ਪਵਿੱਤਰ ਬਖਸ਼ਿਸ਼ ਕੀਤੀ। ਰਾਮ ਕਲੀ ਆਨੰਦ ਬਾਣੀ ਤੁਸੀਂ ਜਦੋਂ ਪੜ੍ਹਦੇ ਹੋ, ਧੰਨ ਗੁਰੂ ਅਮਰਦਾਸ ਸਾਹਿਬ ਪਿਤਾ ਜੀ ਦੇ ਬਚਨ, ਇਹ ਸਰਵਣੋ ਮੇਰਿਓ ਸਾਚੈ ਸੁਨਨੈ ਨੋ ਪਠਾਏ। ਸਾਚੈ ਸੁਨਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਫਿਰ ਕੀ ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਨੀ। ਇਸ ਬਾਣੀ ਨੂੰ ਸੁਣਨ ਦੇ ਨਾਲ ਮਨ ਅਤੇ ਤਨ ਜਿਹੜਾ ਕਹਿਣਾ ਇਹ ਹਰਿਆ ਭਰਿਆ ਹੋ ਜਾਂਦਾ ਹੈ। ਜਿਵੇਂ ਬਸੰਤ ਰੁੱਤ ਆਉਣ ਦੇ ਨਾਲ, ਚੇਤ ਵਿਸਾਖ ਦੇ ਮਹੀਨੇ ਵਿੱਚ ਜਿੰਨਾ ਪੱਤਿਆਂ ਟਹਿਣੀਆਂ ਆਪਣੇ ਪੱਤੇ ਝਾੜ ਚੁੱਕੀਆਂ ਸਨ, ਉਹਨਾਂ ਤੇ ਫਿਰ ਹਰਿਆਵਲ ਆ ਗਈ। ਇਸੇ ਤਰ੍ਹਾਂ ਹੀ ਨਾਮ ਦੇ ਵਿੱਚ, ਗੁਰਬਾਣੀ ਵਿੱਚ ਇੰਨੀ ਤਾਕਤ ਹੈ। ਤੇ ਬਸੰਤ ਕੀ ਵਾਰ ਦੀ ਜਿਹੜੀ ਪਹਿਲੀ ਪੌੜੀ ਹੈ ਨਾ, ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ। ਕਰਮ ਲਿਖਨ ਤੈ ਪਾਈਐ ਇਹ ਰੁੱਤ ਸੁਹਾਈ, ਵਨ ਤ੍ਰਿਨ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਈ। ਮਿਲ ਸਾਧੂ ਸੁਖ ਊਪਜੈ ਲੱਥੀ ਸਭ ਛਾਈ, ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ। ਮਿਲ ਸਾਧੂ ਸੁਖ ਊਪਜੈ ਲੱਥੀ ਸਭ ਛਾਈ, ਮੈਲ ਨੂੰ ਕਹਿੰਦੇ ਨੇ। ਵਿਕਾਰਾਂ ਦੀ ਜਿਹੜੀ ਮੈਲ ਹੈ ਨਾ, ਸਤਿਗੁਰੂ ਨੂੰ ਮਿਲ ਕੇ ਇਹ ਧੋਤੀ ਜਾ ਸਕਦੀ ਹੈ। ਤੇ ਭੱਟ ਸਾਹਿਬਾਨ ਵੀ ਤੇ ਤਾਂ ਹੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕੱਚੋਂ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ। ਜੇ ਕਿਤੇ ਇਹਨਾਂ ਕੰਨਾਂ ਦੇ ਨਾਲ, ਧਿਆਨ ਦੇ ਨਾਲ ਕਿਤੇ ਸਤਿਗੁਰੂ ਦੇ ਸ਼ਬਦ ਨੂੰ ਸੁਣ ਕੇ ਆਪਣੇ ਹਿਰਦੇ ਵਿੱਚ ਵਸਾ ਲਿਆ, ਤੇ ਸੱਚ ਜਾਣਿਓ ਜਿਹੜਾ ਕੱਚ ਵਰਗਾ ਹੈ ਉਹ ਸੋਨੇ ਵਰਗਾ ਬਣ ਜਾਂਦਾ ਹੈ। ਸੋਨੇ ਦੇ ਸਾਹਮਣੇ ਕੱਚ ਦੀ ਕੀ ਕੀਮਤ ਹੈ? ਅੱਜ ਆਪਾਂ ਸਾਰੇ ਜਾਣਦੇ ਹਾਂ ਆਲ ਵਰਲਡ ਵਿੱਚ ਸੋਨੇ ਦੀ ਕੀਮਤ, ਇੱਥੇ ਵੀ ਕਹਿੰਦੇ ਨੇ 17-18 ਹਜ਼ਾਰ ਬਾਟ, ਇੰਡੀਆ ਵਿੱਚ ਵੇਖੋ ਉਹ ਵੀ ਕਿੱਥੇ 7-8 ਹਜ਼ਾਰ ਤੇ ਦੁੱਗਣਾ ਰੇਟ ਹੋ ਗਿਆ। ਸੋਨੇ ਦੀ ਕੀਮਤ ਦੇ ਸਾਹਮਣੇ ਕੱਚ ਦੀ ਕੀਮਤ ਤੇ ਕੁਝ ਵੀ ਨਹੀਂ। ਗੁਰੂ ਕੇ ਪਿਆਰ ਵਾਲਿਓ, ਸਾਰੀਆਂ ਧਾਤੂਆਂ ਵਿੱਚੋਂ ਜਿਵੇਂ ਸੋਨਾ ਬੜਾ ਕੀਮਤੀ ਹੁੰਦਾ ਹੈ, ਇਸੇ ਤਰ੍ਹਾਂ ਹੀ ਗੁਰੂ ਕੇ ਪਿਆਰ ਵਾਲਿਓ ਸੰਸਾਰ ਦੇ ਅੰਦਰ ਜੇ ਕੋਈ ਕੀਮਤੀ ਵਸਤੂ ਹੈ ਉਹ ਹੈ ਗੁਰੂ ਕਾ ਸ਼ਬਦ, ਉਹ ਹੈ ਗੁਰੂ ਦੇ ਸ਼ਬਦ ਵਾਰਾ।
ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ। ਤੇ ਸਤਿਗੁਰਾਂ ਨੇ ਇੱਥੇ ਬੇਨਤੀ ਕੀਤੀ ਹੈ, ਅਰਦਾਸ ਕੀਤੀ ਹੈ, ਜਦੋਂ ਮੈਂ ਗੁਰਮੁਖ ਜਨਾਂ ਦੀ ਸੰਗਤ ਵਿੱਚ ਆਵਾਂ, ਸ਼ਰਵਣੀ ਦਾ ਅਰਥ ਹੈ ਮੈਂ ਇਹਨਾਂ ਕੰਨਾਂ ਦੇ ਨਾਲ। ਗੌੜੀ ਸੁਖਮਣੀ ਬਾਣੀ ਅੰਦਰ ਆਪਾਂ ਪੜ੍ਹਦੇ ਹਾਂ, ਕਰ ਕਰ ਕਰਮ ਸ਼ਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ। ਕਹਿੰਦੇ ਨੇ ਇਹਨਾਂ ਹੱਥਾਂ ਦੇ ਨਾਲ ਚੰਗੇ ਕਰਮ ਕਰੀ, ਇਹਨਾਂ ਕੰਨਾਂ ਦੇ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਕਥਾ ਸਰਵਨ ਕਰੀ, ਵੇਖੀ ਤੇਰਾ ਇਹ ਮੱਥਾ ਜਿਹੜਾ ਹੈ ਕਿਵੇਂ ਉਜਲਾ ਹੁੰਦਾ, ਭਾਵ ਤੇਰਾ ਅੰਤਾਕਸ਼ ਕਿਵੇਂ ਨਿਰਮਲ ਹੋ ਜਾਵੇਗਾ। ਤੇ ਇਹ ਕੰਨ ਪ੍ਰਮਾਤਮਾ ਨੇ, 5 ਕਰਮ ਇੰਦਰੇ ਨੇ ਮਨੁੱਖ ਦੇ ਤੇ 5 ਗਿਆਨ ਇੰਦਰੇ ਨੇ। ਕਰਮ ਇੰਦਰੇ ਤੇ ਗਿਆਨ ਇੰਦਰੇ। ਗਿਆਨ ਇੰਦਰੀਆਂ ਦਾ ਮਤਲਬ ਇਹ ਹੈ ਜਿਨ੍ਹਾਂ ਰਾਹੀਂ ਸਾਨੂੰ ਕੁਝ ਸਮਝ ਆ ਸਕੇ, ਤੇ ਕਰਮ ਹੈ ਜਿਨ੍ਹਾਂ ਰਾਹੀਂ ਆਪਾਂ ਕਰਮ ਕਰਦੇ ਹਾਂ, ਕੰਮ ਕਰਦੇ ਹਾਂ। ਕਰਮ ਇੰਦਰੇ ਕਿਹੜੇ ਨੇ? ਅੱਖਾਂ ਕਰਮ, ਦੋਨੋਂ ਅੱਖਾਂ ਇੱਕ ਕਰਮ ਇੰਦਰਾ ਹੈ। ਭਾਵੇਂ ਇੱਕ ਇੱਕ ਅੱਖ ਨਾਲ ਵੇਖੀਏ, ਭਾਵੇਂ 2 ਅੱਖਾਂ ਨਾਲ ਵੇਖੀਏ, ਸਾਨੂੰ ਵੇਖ ਕੇ ਪਤਾ ਚੱਲ ਜਾਂਦਾ ਇਹ ਚੀਜ਼ ਦਾ ਰੰਗ ਰੂਪ ਕੀ ਹੈ, ਆਪਾਂ ਵੇਖ ਕੇ ਦੱਸ ਸਕਦੇ ਹਾਂ ਨਾ। ਫਿਰ ਦੂਜਾ ਕਰਮ ਇੰਦਰੇ ਨੇ ਕੰਨ, ਦੋਨੋਂ ਇੱਕ ਕਰਮ ਇੰਦਰਾ ਹੈ। ਕੰਨਾਂ ਨਾਲ ਆਪਾਂ ਭਾਵੇਂ ਕਮਰੇ 'ਚ ਬੈਠੇ ਹੋਈਏ, ਕਿਸੇ ਦੀ ਆਵਾਜ਼ ਸੁਣ ਕੇ ਸਾਨੂੰ ਗਿਆਨ ਹੋ ਜਾਂਦਾ ਹੈ ਕੌਣ ਬੋਲ ਰਿਹਾ, ਕੀ ਹੋ ਰਿਹਾ ਹੈ। ਬਰਸਾਤ ਪੈ ਰਹੀ ਹੋਵੇ, ਅਸੀਂ ਕਮਰੇ ਵਿੱਚ ਭਾਵੇਂ ਦਰਵਾਜ਼ਾ ਲਾ ਕੇ ਬੈਠਾ ਵੀ ਅੰਦਾਜ਼ਾ ਲਗਾ ਲੈਂਦੇ ਜਿਵੇਂ ਬਰਸਾਤ ਬਾਹਰ ਪੈ ਰਹੀ ਹੈ, ਕੋਈ ਬੋਲ ਰਿਹਾ ਹੈ। ਫਿਰ ਤੀਸਰਾ ਕਰਮ ਇੰਦਰਾ ਜੇ ਨਾਸਕਾਵਾਂ, ਅਸੀਂ ਸੁੰਘ ਕੇ ਕਿਸੇ ਚੀਜ਼ ਦਾ ਪਤਾ ਲਗਾ ਲੈਂਦੇ ਹਾਂ ਇਹ 'ਚ ਦੁਰਗੰਧੀ ਹੈ ਕਿ ਇਹ 'ਚ ਸੁਗੰਧੀ ਹੈ। ਗੁਰੂ ਕੇ ਪਿਆਰ ਵਾਲਿਓ, ਤੇ ਜਿਹੜੀ ਇਹ ਜ਼ੁਬਾਨ ਹੈ ਨਾ, ਰਸਨਾ ਹੈ, ਇੱਕ ਐਸਾ ਇੰਦਰਾ ਹੈ ਜਿਹੜਾ ਕਰਮ ਇੰਦਰਾ ਵੀ ਹੈ ਤੇ ਜਿਹੜਾ ਗਿਆਨ ਇੰਦਰਾ ਵੀ ਹੈ। ਕਰਮ ਹੈ ਇਹਦਾ ਬੋਲਣਾ ਤੇ ਸਵਾਦ ਚੱਕ ਕੇ, ਕੌੜੀ ਚੀਜ਼ ਹੈ, ਕਸੈਲੀ ਹੈ, ਮਿੱਠੀ ਹੈ, ਖੱਟੀ ਹੈ, ਸਵਾਦਿਸ਼ਟ ਹੈ, ਨਹੀਂ ਹੈ, ਫਿੱਕੀ ਹੈ, ਇਹ ਦੱਸ ਦਿੰਦੀ ਹੈ। ਇਸ ਕਰਕੇ ਇਹ ਗਿਆਨ ਇੰਦਰੇ ਵਿੱਚ ਵੀ ਆਉਂਦੀ ਹੈ। ਪੰਜਵਾਂ ਕਰਮ ਇੰਦਰਾ ਹੈ ਸਾਡੀ ਇਹ ਚਮੜੀ, ਜਿਹਨੂੰ ਅਸੀਂ ਤਵਚਾ ਵੀ ਆਖਦੇ ਹਾਂ, ਸਕਿਨ ਕਹਿੰਦੇ ਹਾਂ। ਇਹਦੇ ਨਾਲ ਕੋਈ ਚੀਜ਼ ਛੁਹਾ ਦੇਵੇ, ਗਰਮ ਜਾਂ ਠੰਡੀ, ਸਾਨੂੰ ਪਤਾ ਚੱਲ ਜਾਂਦਾ ਹੈ, ਉਸੇ ਵੇਲੇ ਸਮਝ ਆ ਜਾਂਦੀ ਹੈ। ਭਾਵ ਜਿਹੜੇ ਕੁਝ ਗਿਆਨ ਦੇਵੇ ਕਿਸੇ ਬਾਰੇ, ਉਹਨੂੰ ਗਿਆਨ ਇੰਦਰੇ ਕਹਿੰਦੇ ਨੇ। ਜਿੱਥੇ 9 ਇੰਦਰੀਆਂ ਦੀ ਗੱਲ ਆਈਏ, 9 ਗੋਲਕਾਂ, ਉਹ 9 ਛਿੱਦਰ ਨੇ ਸਾਡੇ। 2 ਅੱਖਾਂ, 2 ਕੰਨ, 2 ਨਾਸਕਾਵਾਂ, 1 ਮੂੰਹ ਤੇ 2 ਗੁਪਤ ਇੰਦਰੇ ਨੇ। ਗੁਰੂ ਕੇ ਪਿਆਰ ਵਾਲੇ, ਇਹਨਾਂ ਨੂੰ 9 ਗੋਲਕਾਂ ਵੀ ਗੁਰਬਾਣੀ ਵਿੱਚ ਕਿਹਾ ਗਿਆ। ਤੇ ਜਿਹੜੇ 5 ਕਰਮ ਇੰਦਰੇ ਨੇ ਉਹ ਕਿਹੜੇ ਨੇ? ਦੋਵੇਂ ਹੱਥ ਇੱਕ ਕਰਮ ਇੰਦਰਾ ਬਣ ਗਿਆ, ਹੱਥਾਂ ਨਾਲ ਕੰਮ ਕਰਦੇ ਆ, ਪੈਰਾਂ ਨਾਲ ਆਪਾਂ ਚੱਲ ਕੇ ਜਾਂਦੇ ਆ। ਤੇ ਸਾਡੇ 2 ਗੁਪਤ ਇੰਦਰੇ ਇਹ ਵੀ ਕਰਮ ਇੰਦਰੀਆਂ ਵਿੱਚ ਆ ਜਾਂਦੇ ਨੇ। ਤੇ ਪੰਜਵਾਂ ਜੇ ਜ਼ੁਬਾਨ, ਜਿਹਦਾ ਕਰਮ ਹੈ ਬੋਲਣਾ। ਇਹ ਜਿਹੜੇ ਸ਼ਰਵਨ ਪ੍ਰਮਾਤਮਾ ਨੇ ਦਿੱਤੇ ਨੇ ਸਾਨੂੰ, ਕਰਤੇ ਅਕਾਲ ਪੁਰਖ ਵਾਹਿਗੁਰੂ ਨੇ, ਇਹ ਗਿਆਨ ਇੰਦਰਾ ਹੈ। ਗੁਰੂ ਕੇ ਪਿਆਰ ਵਾਲਿਓ, ਇਹਨਾਂ ਕੰਨਾਂ ਦੇ ਨਾਲ ਅਸੀਂ ਕੀ ਸੁਣਨਾ ਹੈ? ਕਦੇ ਗੁਰਬਾਣੀ ਨੂੰ ਪੜ੍ਹੀਏ ਤੇ ਵਿਚਾਰੀਏ ਤੇ ਪਤਾ ਚੱਲਦਾ ਨਾ। ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ। ਜਿਹੜੇ ਖਾਲਸੇ ਹੁੰਦੇ ਨੇ, ਜਿਹੜੇ ਭਗਤ ਜਨ ਹੁੰਦੇ ਨੇ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ। ਉਹ ਸੇਵਕ ਸ਼ੁੱਧ ਹੋ ਜਾਂਦੇ ਨੇ, ਨਿਰਮਲ ਹੋ ਜਾਂਦੇ ਨੇ, ਖਾਲਸੇ ਹੋ ਜਾਂਦੇ ਨੇ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਪੈਦਾ ਹੋ ਜਾਂਦੀ ਹੈ। ਉਹ ਫਿਰ ਅਰਦਾਸਾਂ ਕਰਦੇ ਨੇ, ਮੇਰੇ ਪਿਆਰੇ ਮੋਹਨ ਮਨ ਨੂੰ ਮੋਹਣ ਵਾਲੇ ਕਰਤੇ ਅਕਾਲ ਪੁਰਖ ਵਾਹਿਗੁਰੂ, ਸ਼ਰਵਣੀ ਇਹ ਨਾ ਸੁਣਾਏ। ਮੈਨੂੰ ਕੰਨਾਂ ਦੇ ਨਾਲ ਇਹੋ ਜਿਹੀ ਕਿਤੇ ਗੱਲ ਸੁਣਨ ਨੂੰ ਨਾ ਮਿਲੇ। ਕੀ ਨਾ ਸੁਣਨ ਨੂੰ ਮਿਲੇ? ਇਹਦੀ ਵਿਆਖਿਆ ਕਰਦੀ, ਸਾਕਤ ਗੀਤ ਨਾਦ ਧੁਨ ਗਾਵਤ। ਜਿਹੜੇ ਰੱਬ ਨਾਲੋਂ ਟੁੱਟੇ ਹੋਏ ਨੇ, ਸਾਕਤ ਉਹਨਾਂ ਨੂੰ ਕਹਿੰਦੇ ਸ਼ਕਤੀ ਦੇ ਪੁਜਾਰੀ, ਮਾਇਆ ਦੇ ਪੁਜਾਰੀ, ਜਾਂ ਜਿਹੜੇ ਪਰਮੇਸ਼ਰ ਨਾਲੋਂ ਟੁੱਟੇ ਹੋਏ ਨੇ, ਉਹਨਾਂ ਦੇ ਜਿਹੜੇ ਗੀਤ ਨੇ। ਮੈਂ ਬੇਨਤੀ ਕਰਾਂ, ਕਈ ਗੀਤ ਲਿਖਣ ਵਾਲੇ ਨੇ, ਲਿਖਦੇ ਵੀ ਨੇ, ਲਿਖਣ ਲੱਗਿਆਂ ਵੀ
ਵੇਖੋ ਲਿਖਿਆ ਤੇ ਗੁਰੂ ਸਾਹਿਬਾਨਾਂ ਨੇ ਵੀ ਹੈ, ਲਿਖਿਆ ਤੇ ਗੁਰੂ ਕੇ ਸਿੱਖਾਂ ਨੇ ਵੀ, ਗੁਰ ਇਤਿਹਾਸ ਹੈ, ਐਸਾ ਲਿਖਣਾ ਤੇ ਸਾਰਥਕ ਹੈ। ਪਰ ਜਿਹੜੇ ਲਿਖਦੇ ਕੁਝ ਹੋਰ ਨੇ, ਲਿਖਦੇ ਇਸੇ ਕਰਕੇ ਨੇ ਕੱਲ ਕੋਈ ਇਹਨਾਂ ਨੂੰ ਗਾਇਨ ਵੀ ਕਰੇ। ਐਸੇ ਜਿਨ੍ਹਾਂ ਨੂੰ ਆਪਾਂ ਲੱਚਰ ਗਾਇਕੀ ਕਹਿ ਦਿੰਦੇ ਹਾਂ, ਲੱਚਰ ਗੀਤ ਕਹਿ ਦਿੰਦੇ ਹਾਂ, ਉਹਨਾਂ ਨੂੰ ਗੁਰਬਾਣੀ ਨੇ ਸਾਕਤ ਗੀਤ ਕਿਹਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ, ਕਹਿੰਦੇ ਨੇ ਜਿਨ੍ਹੇ ਇਹੋ ਜਿਹੇ ਗੀਤ ਲਿਖੇ ਨੇ ਨਾ, ਜਿਸ ਕਲਮ ਦੁਆਰਾ ਲਿਖੇ ਗਏ ਨੇ, ਉਹ ਕਲਮ ਨੂੰ ਅੱਗ ਲੱਗ ਜਾਏ। ਕਹਿੰਦੇ ਨੇ ਉਹ ਕਾਗਜ਼ ਵੀ ਸੜ ਜਾਏ। ਕਲਮ ਜਲੋ ਸਨ ਮਸਵਾਣੀਏ, ਕਾਗਦ ਭੀ ਜਲ ਜਾਓ। ਤੇ ਇੱਥੇ ਹੀ ਬਸ ਨਹੀਂ ਆਖਣ ਲਿਖਣ ਵਾਲਾ ਜਲ ਬਲੋ, ਲਿਖਣ ਵਾਲੇ ਨੂੰ ਵੀ ਅੱਗ ਲੱਗ ਜਾਏ, ਸੜ ਜਾਏ ਉਹ। ਜਿਨ ਲਿਖਿਆ ਦੂਜਾ ਭਾਓ। ਇਹ ਮੇਰੇ ਗੁਰੂ ਸਾਹਿਬ ਦਾ ਫੈਸਲਾ ਹੈ। ਅੱਜ ਅਸੀਂ ਆਪਣੇ ਇਹਨਾਂ ਕੰਨਾਂ ਦੇ ਨਾਲ ਜੋ ਦਾਤੇ ਨੇ ਸਾਨੂੰ ਅਨਮੋਲ ਦਾਤ ਦਿੱਤੀ ਹੈ, ਇਸ ਕਰਮ ਇੰਦਰੇ ਨਾਲ ਆਪਾਂ ਕੀ ਕੁਝ ਸੁਣਦੇ ਹਾਂ। ਤੇ ਯਾਦ ਰੱਖਿਓ, ਜੋ ਸੁਣਦੇ ਹਾਂ ਉਹ ਕੀ ਸਾਡੇ ਅੰਦਰ ਇਕੱਤਰ ਹੁੰਦਾ ਜਾਂਦਾ ਏ, ਉਹ ਕੀ ਫਿਰ ਸਾਡੀ ਜ਼ੁਬਾਨ ਰਾਹੀਂ ਬਾਹਰ ਨਿਕਲਦਾ ਏ। ਜੋ ਪਾਵੇਂ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜੋ ਤੁਸੀਂ ਇਸ ਭਾਂਡੇ ਵਿੱਚ, ਜੇ ਮੈਂ ਕਿਸੇ ਭਾਂਡੇ ਵਿੱਚ ਪਾਣੀ ਪਾਇਆ ਹੈ ਤੇ ਮੈਂ ਕਹਾਂ ਟੂਟੀ ਖੋਲਾਂ ਤੇ ਇਹਦਾ ਦੁੱਧ ਬਣ ਜਾਏ, ਨਹੀਂ ਬਣਨਾ। ਪਾਣਾ ਦੁੱਧ ਪਵੇਗਾ ਜੇ ਦੁੱਧ ਕੱਢਣਾ ਤੇ ਉਹਦੇ ਵਿੱਚੋਂ। ਜੇ ਅੰਮ੍ਰਿਤ ਕੱਢਣਾ ਤੇ ਅੰਮ੍ਰਿਤ ਪਾਣਾ ਪਵੇਗਾ। ਹਾਂ, ਜੇ ਤੂੰ ਜ਼ਹਿਰ ਪਾਇਆ ਤੇ ਫਿਰ ਜ਼ਹਿਰ ਹੀ ਨਿਕਲੇਗਾ। ਜੋ ਕੁਝ ਤੂੰ ਆਪਣੇ ਅੰਦਰ ਇਹਨਾਂ ਕੰਨਾਂ ਰਾਹੀਂ ਸੁਣਦਾ ਰਿਹਾ, ਸੱਚ ਜਾਣਿਓ ਆ ਛੋਟੇ ਛੋਟੇ ਬੱਚਿਆਂ ਨੂੰ ਕਈ ਵਾਰੀ ਪਰਿਵਾਰ ਦੇ ਮੈਂਬਰ ਇਹੋ ਜਿਹੀਆਂ ਗੱਲਾਂ ਸਿਖਾਣਗੇ, ਫਲਾਣੇ ਨੂੰ ਗਾਲ ਕੱਢ ਦੇ, ਆਹ ਕੱਢ ਦੇ, ਕਦੀ ਉਹਨੂੰ ਨਾਮ ਨਹੀਂ ਸਿਖਾਣਗੇ। 10 ਗੁਰੂਆਂ ਦੇ ਨਾਂ ਚੇਤੇ ਕਰਾ ਦਈਏ, 5 ਪਿਆਰਿਆਂ ਦੇ ਨਾਂ ਚੇਤੇ ਕਰਾ ਦਈਏ, ਮੂਲ ਮੰਤਰ ਚੇਤੇ ਕਰਾ ਦਈਏ, ਉਹਨਾਂ ਨੂੰ ਜਪ ਬਾਣੀ ਚੇਤੇ ਕਰਾ ਦਈਏ। ਜੋ ਸੁਣਾਉਂਦੇ ਰਹੇ ਅੱਜ ਬੱਚਾ ਉਹੀ ਜ਼ੁਬਾਨ ਤੋਂ ਬੋਲਦਾ ਪਿਆ ਹੈ। ਤੇ ਸਤਿਗੁਰਾਂ ਦੇ ਇੱਥੇ ਪਾਵਨ ਬਖਸ਼ਿਸ਼ ਮੇਰੇ ਮੋਹਨ ਸ਼ਰਮਨੀ ਇਹ ਨਾ ਸੁਨਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਇਹਨੂੰ ਅਜਾਏ ਨਹੀਂ ਪੜਨਾ। ਆਪਾਂ ਜਦੋਂ ਜਾਪਸਾ ਪੜ੍ਹ ਲਿਆ ਨਮਸਤੰ ਅਕਾਏ ਨਮਸਤੰ ਅਜਾਏ, ਉੱਥੇ ਅਜਾਏ ਹੈ ਜਿਹਨੂੰ ਕਿਸੇ ਨੇ ਜਾਇਆ ਨਹੀਂ, ਜਿਹਨੇ ਕਿਸੇ ਨੂੰ ਜਨਮ ਨਹੀਂ ਦਿੱਤਾ। ਇੱਥੇ ਅਜਾਏ ਦਾ ਅਰਥ ਹੈ ਵਿਅਰਥ। ਅਜਾਈ ਆਪਾਂ ਕਹਿੰਦੇ ਚੀਜ਼ ਅਜਾਈ ਚਲੀ ਗਈ। ਇਸ ਕਰਕੇ ਜਿਹੜੇ ਪ੍ਰਭੂ ਦੇ ਪਿਆਰੇ ਹੁੰਦੇ ਨੇ ਨਾ, ਗੁਰੂ ਕੇ ਪਿਆਰ ਵਾਲਿਓ, ਉਹ ਤੇ ਪ੍ਰਮਾਤਮਾ ਦਾ ਜਸ ਇਹਨਾਂ ਕੰਨਾਂ ਦੇ ਨਾਲ ਸੁਣਦੇ ਨੇ। ਉਹਨਾਂ ਦੀ ਤੇ ਅਰਦਾਸ ਹੀ ਇਹੋ ਹੁੰਦੀ ਹੈ ਕਿ ਸ਼ਰਵਨੀ ਸੁਣੋ ਬਿਮਲ ਜਸ ਸੁਆਮੀ। ਇਹ ਮੇਰੇ ਸੁਆਮੀ, ਮੈਂ ਤੇਰਾ ਨਿਰਮਲ ਜਸ ਸੁਣਾ, ਤੇਰਾ ਖਾਲਸ ਜਸ ਸੁਣਾ, ਤੇ ਸੁਣ ਸੁਣ ਕੇ ਤਾਂ ਕਿ ਮੇਰੇ ਅੰਦਰ ਵੀ ਨਿਰਮਲਤਾ ਆ ਸਕੇ। ਜਿਹੜੇ ਪ੍ਰਭੂ ਦੇ ਪਿਆਰੇ ਹੁੰਦੇ ਨੇ ਨਾ, ਉਹ ਜਦੋਂ ਸੁਣਦੇ ਨੇ ਆਲੇ ਦੁਆਲੇ ਕਿਤੇ ਕਈ ਵਾਰੀ ਇੱਕ ਮਹਾਪੁਰਸ਼ ਤੁਰੇ ਜਾ ਰਹੇ ਸਨ ਨਗਰ ਵਿੱਚੋਂ, ਢੋਲਕੀ ਦੀ ਮਿਰਦੰਗ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪਈ। ਉਹਨੇ ਸੋਚਿਆ ਵੀ ਹੋ ਸਕਦਾ ਕਿਤੇ ਪ੍ਰਮਾਤਮਾ ਦੀ ਭਗਤੀ ਦੇ ਗੀਤ ਗਾਏ ਜਾਂਦੇ ਹੋਣ। ਉਹਨੇ ਜਿੱਧਰੋਂ, ਕਿਉਂਕਿ ਉਹ ਪਹਿਲੇ ਮਾਈਕ ਸਿਸਟਮ ਤੇ ਹੁੰਦਾ ਨਹੀਂ ਸੀ, ਢੋਲਕੀ ਦੀ ਆਵਾਜ਼ ਦੂਰੋਂ ਵੀ ਸੁਣਾਈ ਦੇ ਜਾਂਦੀ ਹੈ, ਗਾਉਣ ਵਾਲੇ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਜਦੋਂ ਕਹਿੰਦੇ ਨੇ ਐਸੀ ਫਕੀਰ ਲਿਬਾਸ ਫਕੀਰਾਂ ਵਾਲਾ ਪ੍ਰਮਾਤਮਾ ਨਾਲ ਜੁੜਿਆ ਹੋਇਆ, ਜਦੋਂ ਉਹ ਪਹੁੰਚਿਆ ਉਸ ਥਾਂ ਦੇ ਉੱਤੇ, ਉੱਥੇ ਕੀ ਵੇਖਿਆ? ਉੱਥੇ ਹੋਰ ਹੀ ਕੋਈ ਨਜ਼ਾਰਾ ਸੀ। ਮਨ ਚਲੇ ਇਕੱਠੇ ਹੋਏ ਨੇ, ਇੱਕ ਵੇਸ਼ਵਾ ਦਾ ਨਾਚ ਹੋ ਰਿਹਾ ਹੈ, ਮਿਰਦੰਗ ਦੀ ਆਵਾਜ਼ ਆ ਰਹੀ ਹੈ। ਤੇ ਜਦੋਂ ਨੌਜਵਾਨਾਂ ਨੇ ਇਹੋ ਜਿਹੇ ਸਾਧੂ ਫਕੀਰ ਨੂੰ ਵੇਖਿਆ ਤੇ ਉਹਨਾਂ ਦੇ ਮਨ 'ਚ ਖਿਆਲ ਆਇਆ, ਬਾਬੇ ਦੇ ਮਨ 'ਚ ਵੀ ਅੱਜ ਕੀ ਫੁਰਨਾ ਉੱਠਿਆ, ਇਹ ਕੀ ਵੇਖਣ ਆ ਗਿਆ। ਆਖਣ ਲੱਗੇ, ਮਜ਼ਾਕ ਕੀਤੀ, ਆਖਣ ਲੱਗੇ ਬਾਬਾ ਵੇਖ ਲਈਏ ਜੋ ਵੇਖਣ ਆਇਆ ਸੈਂ। ਆਖਣ ਲੱਗਾ ਵੇਖ ਲਿਆ, ਮੈਂ ਤੇ ਵੇਖ ਲਿਆ, ਪਰ ਤੁਹਾਨੂੰ ਵੇਖਣਾ ਨਹੀਂ ਆਇਆ। ਤੇ ਉੱਥੇ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਨਾ ਇੱਕ ਆਪਣੇ ਲੇਖ ਵਿੱਚ ਉਹਨਾਂ ਨੇ ਬੜਾ ਖੂਬਸੂਰਤ ਕਵਿਤ ਲਿਖਿਆ, ਇੱਕ ਸਵਈਆ ਲਿਖਿਆ। ਉਹ ਕਹਿੰਦੇ ਨੇ ਇਹ ਇਹੋ ਜਿਹੇ ਲੋਕ ਜਿਹੜੇ ਨੇ, ਜਿਹੋ ਜਿਹਾ ਇਹੋ ਜਿਹਾ ਸਾਰਾ ਸਾਜੋ ਸਮਾਨ ਇਕੱਠਾ ਕਰ ਲੈਂਦੇ ਨੇ,
ਇਹੋ ਜਿਹਾ ਆਪਣਾ ਐਵੇਂ ਹੀ ਘਰ ਦਾ ਸ਼ੁਭ ਕਾਜ ਕੋ ਛੋੜ ਅਕਾਜ ਕਰੇ। ਚੰਗੇ ਕੰਮਾਂ ਨੂੰ ਛੱਡ ਕੇ ਵਿਅਰਥ ਕੰਮ ਕਰਦੇ ਨੇ। ਕਹਿੰਦਾ ਸੁਣੋ ਮੇਰੇ ਤੋਂ ਮੈਂ ਕੀ ਵੇਖਿਆ, ਮੈਂ ਤੁਹਾਨੂੰ ਸੁਣਾਉਣ ਲੱਗਾ। ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਕਛ ਲਾਜ ਨ ਆਵਤ ਹੈ ਇਨਕੋ। ਕੋਈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਕੰਮ ਕਰਦਿਆਂ ਕਰਾਉਂਦਿਆਂ। ਇੱਕ ਰਾਂਡ ਬੁਲਾਏ ਨਚਾਵਤ ਹੈ, ਘਰ ਕੋ ਤਨ ਮਾਲ ਲੁਟਾਵਨ ਕੋ। ਕਹਿੰਦੇ ਨੇ ਇਹੋ ਜੇ ਲਿਆ ਕੇ ਇਹੋ ਜੇ ਗੀਤ ਗਵਾਉਣੇ ਨਚਾਉਣਾ, ਐਵੇਂ ਨਾਲੇ ਘਰ ਦਾ ਧਨ ਲੁਟਾਈ ਜਾਣਾ। ਉਹ ਦੇਣਾ ਤੇ ਕਿਸੇ ਚੰਗੇ ਪਾਸੇ ਦਿਓ ਨਾ। ਤੇ ਆਖ ਲੱਗੇ ਤੁਹਾਨੂੰ ਪਤਾ ਹੈ ਆ ਜਿਹੜਾ ਮਿਰਦੰਗ ਵੱਜਦਾ ਇਹ ਕੀ ਕਹਿੰਦਾ? ਕਹਿਣ ਲੱਗੇ ਬਾਬਾ ਸਾਨੂੰ ਤੇ ਡਮ ਡਮ ਦੀ ਆਵਾਜ਼ ਸੁਣਾਈ ਦਿੰਦੀ, ਹੋਰ ਤੇ ਕੁਝ ਨਹੀਂ। ਆਖਣ ਲੱਗਾ ਮਿਰਦੰਗ ਤਿੰਨੇ ਤ੍ਰਿਗ ਤ੍ਰਿਗ ਕਹੈ। ਇਹ ਜਿਹੜੀ ਵਿੱਚੋਂ ਆਵਾਜ਼ ਨਿਕਲਦੀ ਹੈ ਨਾ, ਕਹਿੰਦੀ ਹੈ ਫਟਕਾਰ ਹੈ ਤੁਹਾਨੂੰ, ਤ੍ਰਿਗ ਹੈ ਤੁਹਾਡੇ ਜੀਵਨ ਨੂੰ। ਕਹਿਣ ਲੱਗੇ ਜੋ ਮੈਂ ਸੁਣਿਆ ਮੈਂ ਤੁਹਾਨੂੰ ਸੁਣਾ ਰਿਹਾ। ਮੈਂ ਕੀ ਸੁਣਿਆ? ਮਿਰਦੰਗ ਤਿੰਨੇ ਤ੍ਰਿਗ ਤ੍ਰਿਗ ਕਹੈ, ਸੁਰਤਾਲ ਕਹੈ ਕਿਨਕੋ ਕਿਨਕੋ। ਤੇ ਜਿਹੜਾ ਇਹ ਨੱਚਦੀ ਪਈ ਨੇ ਪੈਰਾਂ ਵਿੱਚ ਘੁੰਗਰੂ ਨੇ, ਇਹ ਕਹਿੰਦੇ ਨੇ ਇਹਦੀ ਆਵਾਜ਼ ਆਂਦੀ ਪਈ, ਕਹਿੰਦੇ ਨੇ ਕਿੰਨਾਂ ਨੂੰ ਤ੍ਰਿਗ ਹੈ, ਕਿੰਨਾਂ ਨੂੰ ਤ੍ਰਿਗ ਹੈ, ਕਿੰਨਾਂ ਨੂੰ ਤ੍ਰਿਕਾਰ ਹੈ। ਤੇ ਕਹਿੰਦੇ ਨੇ ਜਿਹੜੀ ਨੱਚਦੀ ਪਈ ਨਾ ਬਾਹ ਉਲਾਰ ਉਲਾਰ ਕੇ, ਬਾਹਾਂ ਉਲਾਰ ਕੇ ਨਾਰ ਕਹੈ ਇਨਕੋ 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 ਇਨਕੋ। ਜਿਹੜੇ ਚਾਰ ਚਫੇਰੇ ਬੈਠੇ ਸਾਰਿਆਂ ਨੂੰ ਫਟਕਾਰ ਹੈ ਕਿ ਤੁਹਾਨੂੰ ਫਟਕਾਰਾਂ ਪਾਈਆਂ, ਤੁਸੀਂ ਮੈਨੂੰ ਕਹਿੰਦੇ ਹੋ ਕੀ ਸੁਣਿਆ? ਮੈਂ ਤੇ ਆਹ ਸੁਣ ਕੇ ਚੱਲਾਂ। ਮੈਂ ਤੇ ਮਿਰਦੰਗ ਦੀ ਆਵਾਜ਼ ਸੁਣ ਕੇ ਆਇਆ ਸਾਂ ਵੀ ਇੱਥੇ ਹਰਜਸ ਹੋ ਰਿਹਾ ਹੋਵੇਗਾ, ਪਰ ਇੱਥੇ ਤੇ ਕੁਝ ਹੋਰ ਹੀ ਮੈਂ ਵੇਖਿਆ ਤੇ ਮੈਂ ਇਹਦੇ ਵਿੱਚੋਂ ਵੀ ਚੰਗੀ ਗੱਲ ਲੈ ਲਈ ਹੈ। ਮੈਨੂੰ ਮਿਰਦੰਗ ਦੀ ਆਵਾਜ਼ ਸੁਣਾਈ ਦਿੱਤੀ ਹੈ। ਤੇ ਇਸ ਲਈ ਅਸੀਂ ਵੀ ਸਤਿਗੁਰੂ ਗੁਰਦੇਵ ਪਿਤਾ ਜੀ ਦੇ ਦਰ ਤੇ ਇਹ ਅਰਦਾਸ ਕਰਨੀ ਹੈ, ਸੁਆਮੀ ਜੇ ਤੂੰ ਕੰਨ ਦੇ ਹੀ ਦਿੱਤੇ ਨੇ, ਗੁਰੂ ਕੇ ਪਿਆਰ ਵਾਲੋ ਜਿਨ੍ਹਾਂ ਦੇ ਕੋਲ ਇਹ ਸਾਰੀਆਂ ਚੀਜ਼ਾਂ ਸਹੀ ਸਲਾਮਤ ਨੇ ਨਾ, ਉਹ ਬੇਕਦਰੇ ਇਹਨਾਂ ਦੀ ਕਦਰ ਨਹੀਂ ਜਾਣਦੇ। ਆ ਜਿਨ੍ਹਾਂ ਦੇ ਕੋਲ ਸੁਣਨ ਦੀ ਸਮਰੱਥਾ ਨਹੀਂ ਨਾ, ਉਹਨਾਂ ਨੂੰ ਪੁੱਛੋ ਕੰਨਾਂ ਦੀ ਕੀਮਤ ਕੀ ਹੁੰਦੀ ਹੈ। ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ ਉਹਨਾਂ ਨੂੰ ਪੁੱਛੋ ਰਸਨਾ ਦੀ ਕੀਮਤ ਕੀ ਹੈ। ਉਹ ਕਿੰਨੇ ਪੈਸੇ ਦੇ ਕੇ ਵੀ ਬੋਲਣ ਲਈ, ਪੈਸਾ ਖਰਚਣ ਲਈ ਤਿਆਰ ਨੇ। ਕੋਈ ਸਾਨੂੰ ਜ਼ੁਬਾਨ ਬੋਲਣ ਵਾਲੀ ਦੇ ਦੇਵੇ। ਜਿਨ੍ਹਾਂ ਦੇ ਕੋਲ ਪੈਰ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ ਪੈਰਾਂ ਦੀ ਕੀ ਕੀਮਤ ਹੈ। ਜਿਨ੍ਹਾਂ ਕੋਲ ਹੱਥ ਨਹੀਂ ਉਹਨਾਂ ਨੂੰ ਪੁੱਛੋ ਹੱਥਾਂ ਦੀ ਕੀ ਕੀਮਤ ਹੈ। ਪਰ ਸਾਨੂੰ ਤੇ ਮਾਲਕ ਨੇ ਇੰਨਾ ਸਹੀ ਸਲਾਮਤ ਸਰੀਰ ਦਿੱਤਾ ਗੁਰੂ ਕੇ ਜਿਹ ਪ੍ਰਸਾਦ ਆਰੋਗ ਕੰਚਨ ਦੇਗੀ, ਲਿਵ ਲਾਵੋ ਤਿਸ ਰਾਮ ਸਨੇਹੀ। ਉਹ ਜਿਹਦੀ ਕਿਰਪਾ ਨਾਲ ਪ੍ਰਮਾਤਮਾ ਨੇ ਇਹ ਆਰੋਗ ਕੰਚਨ ਦੇਗੀ ਦਿੱਤੀ, ਉਹਦੇ ਨਾਲ ਤੂੰ ਲਿਵ ਕਿਉਂ ਨਹੀਂ ਜੋੜਦਾ? ਕੰਨਾਂ ਨਾਲ ਮੈਂ ਸੁਣਾ, ਪਰ ਸੁਣਾ ਕੀ ਉਹ ਸੁਣਾ। ਇੱਕ ਮੈਂ ਹੋਰ ਬੇਦਾ ਮਤਲਬ ਸੁਣਨ ਦਾ ਮਤਲਬ ਇਹ ਨਾ ਸਮਝ ਲਿਓ ਘਰ ਵਿੱਚ ਕਿਸੇ ਦੀ ਗੱਲ ਹੀ ਨਹੀਂ ਸੁਣਨੀ। ਨਹੀਂ, ਗੱਲ ਤੇ ਆਪਾਂ ਘਰ ਤੋਂ ਹੀ ਸ਼ੁਰੂਆਤ ਕਰਨੀ ਹੈ। ਆਪਣੇ ਘਰ ਤੋਂ, ਘਰ ਦਾ ਦਾਇਰਾ ਹੈ ਸਾਡਾ ਜਿੱਥੇ ਅਸੀਂ ਗੁਰਮਤਿ ਨੂੰ ਲਾਗੂ ਕਰ ਸਕਦੇ ਹਾਂ, ਗੁਰੂ ਕੀ ਮੱਤ ਘਰਾਂ ਵਿੱਚ ਲਿਜਾ ਕੇ ਸਕਦੇ ਹਾਂ। ਬੱਚੇ ਆਪਣੇ ਮਾਤਾ ਪਿਤਾ ਦੀ ਵੀ ਗੱਲ ਧਿਆਨ ਨਾਲ ਸੁਣਨ। ਮਾਤਾ ਪਿਤਾ ਦੀ ਬੱਚਿਆਂ ਦੀ ਜਾਇਜ਼ ਗੱਲ ਹੈ ਉਹ ਵੀ ਸੁਣਨ। ਅਸੀਂ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਸੁਣੀਏ। ਜੇ ਬੱਚਾ ਸਕੂਲ ਪੜ੍ਹਨ ਜਾਂਦਾ ਹੈ ਆਪਣੇ ਅਧਿਆਪਕ ਦੀ ਗੱਲ ਧਿਆਨ ਨਾਲ ਸੁਣੇ। ਗੁਰੂ ਕੇ ਪਿਆਰ ਵਾਲਿਓ, ਤੁਸੀਂ ਬਿਜ਼ਨਸ ਕਰਦੇ ਹੋ, ਗ੍ਰਾਹਕ ਦੀ ਗੱਲ ਧਿਆਨ ਨਾਲ ਨਹੀਂ ਸੁਣਦੇ ਤੇ ਤੁਸੀਂ ਕੀ ਕਮਾਈ ਕਰੋਗੇ? ਬੜੇ ਪਿਆਰ ਨਾਲ ਬੋਲਦੇ ਹੋ, ਸੁਣਦੇ ਵੀ ਹੋ। ਇਹ ਸਾਰੀਆਂ ਸੁਣਨ ਵਾਲੀ ਗੱਲ ਜਿਹੜੀ ਘਰ ਵਿੱਚ ਵੀ ਆਪਣੇ ਤੋਂ ਵੱਡੇ ਦੀ ਗੱਲ ਧਿਆਨ ਹੀ ਨਹੀਂ ਬੋਲੀ ਜਾਂਦਾ, ਇਹਨੂੰ ਤੇ ਹੋਰ ਬੋਲਣ ਤੋਂ ਬਿਨਾਂ ਕੁਝ ਆਉਂਦਾ ਹੀ ਕੋਈ ਨਹੀਂ। ਮੈਂ ਨਹੀਂ ਸੁਣਦਾ, ਇਹਦੀ ਗੱਲ ਕੰਮ ਹੀ ਬੋਲਣਾ ਹੈ। ਜੇ ਚੰਗੀ ਗੱਲ ਹੈ ਸੁਣੋ। ਗੁਰੂ ਕੀ ਮੱਤ ਜਿਹੜੀ ਹੈ, ਗੁਰੂ ਕੀ ਬਾਣੀ ਕੇਵਲ ਅਧਿਆਤਮਕਵਾਦ ਹੀ ਨਹੀਂ, ਅੱਗੇ ਜਾ ਕੇ ਸਾਡਾ ਪਰਲੋਕ ਸੁਹੇਲਾ ਹੋਏਗਾ। ਲੋਕ ਭਾਵੇਂ ਅਸੀਂ ਦੁਖੀ ਕਰ ਲਈਏ ਨਾ, ਗੁਰਬਾਣੀ ਇਸ ਲੋਕ ਵਿੱਚ ਵੀ ਸਾਡੀ ਸਹਾਇਤਾ ਕਰਕੇ ਸਾਡਾ ਲੋਕ ਸੁਖੀਆ ਕਰਦੀ ਹੈ। ਸਾਨੂੰ ਸੁਣਨਾ ਆ ਜਾਏ, ਹਰੇਕ ਦੀ ਗੱਲ ਨੂੰ ਧਿਆਨ ਨਾਲ ਸੁਣੀਏ। ਤੇ ਸਤਿਗੁਰਾਂ ਨੇ ਕਿਰਪਾ ਕੀਤੀ, ਹੇ ਸੁਆਮੀ ਮੈਂ ਇਹਨਾਂ ਕੰਨਾਂ ਦੇ ਨਾਲ ਸਰਵਨ ਕਰਾਂ ਤੁਹਾਡਾ ਨਿਰਮਲ ਜਸ ਜਿਹੜਾ ਹੈ ਏਕਾ ਓਟ। ਸੁਣ ਸੁਣ ਕੇ ਮੇਰੇ ਅੰਦਰ ਇੰਨੀ ਦ੍ਰਿੜਤਾ ਆ ਜਾਏ, ਮੈਂ ਕੇਵਲ ਸੁਣਨ ਤੱਕ ਹੀ ਸੀਮਤ ਨਾ ਆਪਣੇ ਆਪ ਨੂੰ ਰੱਖਾਂ। ਹਮਰਾ ਠਾਕੁਰ ਸਭ ਤੇ ਉੱਚਾ ਰੈਨ ਦਿਨਸ ਤਿਸ ਗਾਮੋਰੇ। ਮੈਂ ਸੁਣ ਤੇ ਲਿਆ, ਕੇਵਲ ਸੁਣ ਤੱਕ ਹੀ ਸੀਮਤ ਨਾ ਰਵਾਂ, ਇਹਨੂੰ ਆਪਣੇ ਹਿਰਦੇ ਵਿੱਚ ਵੀ ਵਸਾ ਕੇ ਲੈ ਕੇ ਆਵਾਂ। ਮੇਰੀ ਸੱਚਮੁੱਚ ਇੱਕ ਤੇ ਓਟ ਬਣ ਜਾਏ।
मैं मन तेरी टेक मेरे प्यारे, मैं मन तेरी टेक, अवर सियानपा बिरथियां प्यारे, राखन को तुम एक। मेरा विश्वास भी बन जाए, केवल मैं सुना ही ना। मान निमाणे तू धनी तेरा प्रभासा, बिन साचे अन टेक है सो जानो काचा। मैं सुना ही ना, इनू अमली जीवन च लैके आवां। सुनते तो आपां सारे ही हाँ, पर सुनिया होया ਉਹਦਾ सफल हो जाता। गुरु के प्यार वालिओ, ਜਿਹੜਾ गुरु बचना ते अमल कर लेंदा है, ਜਿਹੜਾ एक ते ओट रखदा है, एक दा सहारा रखदा है, एक दे भाणे विच रह के अपना जीवन बतीत करदा है। सतगुरु कहंदे ने, मैं गुरमुखां दी संगत विच आके इसे करके बिमल जस तां सुनन दा मेरा लाभ है। जे मेरी ओट एक ते बन गई, मेरा भरोसा एक ते बन गया। एका ओट तजों बिख कामी, इत्थे बिख दा अर्थ है जहर, कामी दा इत्थे अर्थ है कामना। ओ कामना जिन्नू चितवन दे नाल मेरी आत्मक मौत हो जाए परमात्मा, ये सारियां आत्मक मौत देन वालियां जड़ियां कामनावां ने, मैं इन्हां नू त्याग देवां, इन्हां दा खैड़ा छड्ड देवां। पर तां ही छड्डांगा ना जे एक ते ओट होएगी ना, भरोसा एक दा होवेगा। ते फिर सतगुरु बख्शिश करदे ने, निम निम पाए लगों दास तेरे। जेड़े तेरे सेवक ने ना, निम निम के मैं उन्हां दे पैरां ते लगा, उन्हां दे चरनां ते सीस झुकावां अपना। जो दिसै गुरसिखड़ा तिस निम निम लागों पाए जियो। ਇਹਦਾ मतलब की है, ये सारियां गल्लां निमरता का प्रतीक जे। ये नहीं कोई तुरिया जा रहा ਉਹਦੇ भी पैरों ते मत्था टे, होर कोई तुरिया जा रहा ਉਹਦੇ पैरों ते मत्था ते केवल साडा रिजर्व है धन श्री गुरु ग्रंथ साहिब पिता जी वास्ते। नहीं तो आगे आवत सिंह जो पावे, वाहिगुरु जी की फतेह गजावे। फतेह ही बुलानी है, अपने तो वड्डे नूं थोड़ा झुक के निमरता नाल फतेह बुला दी, बस यही है। तुहाडा सीस सारियां दा केवल ते केवल गुरु ग्रंथ साहब अगे साडा सीस झुकना चाहिए है। ये गल्लां निमरता दा प्रतीक। निम निम पाए लगों जन तेरे, कर सुकृत नाही संगना। कहंदे ने एहो जी चंगी सुकृत, मैंने चंगी किरत। मैं दस्या सी ना, कन्नां दा जो काम है, पहला सी सुनना परमात्मा दा जस, फिर एक ते ओट रखनी, फिर उन्हां कामनावां नूं त्यागना जिन्हां नूं सोचण दे नाल आत्मक मौत हो जाती है। फिर गुरमुख जिन्हां दी संगत विच रहना। कहंदे ने एहो जे काम चंगे काम करदिआं मैनूं संगा ना लगे। हैरानगी हुंदी है, कई वारी ना चंगा काम करदिआं बंदे नूं संगा लगदी है। कहंदे अमृत क्यों नहीं छकदा? कहंदे हुण शर्म जी महसूस हुंदी है। लोकी की आखणगे इस उम्र च अमृत छकदा पिया, संगा लगदी पई है। मैं हैरान हुंदा, होर कर्म करदिआं माड़े कर्म करदिआं संगना चाहिदा सी, उल्टी खेद वापर गई। अमृत छकन लगिआं संगा लगदी है। चंगा काम करन लगिआं जदों भी तुसीं सिख लवो, संगा ना करिओ। यूनान दा महान फिलासफर सुकरात होया ना, ते उन्हें जो यूनान में हुंदा सी उहदे विरुद्ध आवाज़ उठाई, पूरी हाकम की लोकी उहदे खिलाफ हो गए। अज भी है जिहड़ा सच बोलदा लोग दे खिलाफ हो जाते हैं। मेरे गुरु नानक की किहड़ी मुखालफत घट हुई सी? कोई आखे भूतना, को कहे बेताला। कहंदे ने उहनूं मौत की सज़ा दी गई, जहर का प्याला तैयार हो रहा है। हाकम ने की कीता, उस वेले एक आरकैस्ट्रा का प्रबंध किया गया। आरकैस्ट्रा वालियां ने इन्नी प्यारी धुन वजाई संगीत की, सुकरात ने बड़े ध्यान नाल सुनी। ते जदों उन्हें धुन खत्म की, अजे जहर का प्याला तैयार किया जा रहा है, तो कहने लगा भज के वो जरा आरकैस्ट्रा का मुखी सी आखन लगा, मैनू ये संगीत की धुन सिखा दे। आखन लगा कमाल है, एक पासे तेरे वास्ते जहर का प्याला तैयार हो रहा, तू मरना चाहता है। कहता कोई गल नहीं, मरन तो पहला मैं ये भी एक चंगी चीज़ सीखनी चाहता था।
एक पासे मौत है, एक पासे सीखण की तैयारी है। असी क्यों संगदे हाँ? चंगे कर्म करन लग्या इन्नी उम्र हो गई है, ऐ हो गया, हुण कवांगा, हुण करांगे ते लोकी की आखणगे? हैरानगी की गल है, कुछ नहीं कहणगे। लोकां दी परवाह नहीं करनी असी। लोकन की चतुराई उपमा ते बै संतर जार, कोई भला कहो भावें बुरा कहो, हम तन दियो है ढार। लोकां ने की कहना जे असी लोक लाज की परवाह करांगे ना, ते फिर गुरमत के रस्ते ते चलना मुश्किल नहीं, मैं कहना नामुमकिन हो जाएगा, असंभव हो जाएगा। पर जेड़े लोक लाज नूं त्याग देंदे ने ना, उन्हां वास्ते गुरमत के रस्ते ते तुरना बड़ा आसान। बस लोक लाज सब तो वड्डी रुकावट है। चंगे काम करदे संगा लगनी, माड़े काम करदे संगना कोई नहीं। जे संगना है तो माड़े कम्मां तो संगा करिए गुरु के प्यार वालिओ, ते चंगे काम करन दी ते अपने सतगुरु दाते तो सगो ये दात मंगनी है। संतो राम नाम निस्तरियै, उठत बैठत हर हर ध्याइयै, अन दिन सुकृत करियै। अन दिन में निरंतर लगातार चानू चंगी किरत करदियां संगना नहीं चाहिदा। सेव कीती संतोखी आसा की वार दी पौड़ी, जिन्नी सच्चो सच ते आया, उन्नी मंदे पैर ना रखियो, कर सुकृत धर्म कमाया। चंगी किरत करन वाला ही धर्मी हो सकता है। उन्नी दुनिया तोड़े बंधना, अन्न पानी थोड़ा खाया, तू बख्शीशी अगला, नित देवें चढ़े सवाया, वडियाई वड्डा पाया। चंगा काम करदे आ, नितनेम करदे आ, बाणी पढ़दे आ, किसी का परोपकार करदे आ, भले वाला काम करदे आ, ना संगिओ, संगा ना करिओ। इस करके चंगे कर्म कर लगे तो दात मंगनी है, तो सतगुरु ते यही बख्शिश करते हैं, कर सुकृत ना ही संगना। चंगी किरत करदे आ, मैं कदी भी मेरे मन में संगा ना आवे किसे, मैं संगा ना किसे तो लोकी वेख के मैनू की आखणगे। ते चौथा पदा है, रसना गुण गावे हर तेरे। हुण कन्नां दी गल सी, हुण जबान दी गल आ गई। हे मेरे हरी, ये जिहड़ी मेरी रसना है ना, ये जदों होर कुछ बोलदी है ना, बोलदियां बोलदियां थकदी नहीं, सारा दिन बोली जाती है। पर जदों किते तेरी बाणी पढ़नी पै जाए ना, फिर पता नहीं की हो जाता इनू। बाणी पढ़न लगे थक जाती है। बा यही है चंगे कर्म करन लगे संगना ते माड़े कर्म कर ना संगना। ये मेरी रसना जो तू दिती है परमात्मा, ये केवल तेरे गुण गावे, होर किसे दे गुण ना गावे। दुनिया ना सा लाह जो मर वंज सी, लोका ना सा ला जो मर खाकती। दुनिया की वडियाई ना करे जिन्हें मर मुक जाना है। दातिया तू सदा सलामत निरंकार है, तेरियां वडियाइयां ते सदा सदा ने घटन वालियां कोई नहीं, तू ते सदा सदा है। इस करके ये जिहड़ी मेरी रसना हरी, ये तेरे गुण गायन करे, मिटे कमाते अवगुण मेरे। ते कहंदे ने जिन्ने मैं हुण तक अवगुण कीते ने ना, भाई साहब उन्होंने शब्द पढ़िया सी ना अखीर ते, हम अवगुण भरे एक गुण नाही। भट्ट साहिबान दा ये सवैया है। चौथे पातशाह गुरु रामदास जी की वडियाई कीती इहदे विच। असीं अवगुण भरे हाँ, एक भी गुण कोई नहीं साडे विच। अमृत छाड़ बिखै बिख खाई, माया मोह भरम पै भूले, सुत दारा स्यों प्रीत लगाई, एक उत्तम पंथ सुनियो गुर संगत, तेह मिलंत जम त्रास मिटाई, एक अरदास भाट कीरत की, गुरु रामदास राखो शरनाई। तेरे दर ते आए हैं सतगुरु, ये रसना जेड़ी है तेरे गुण गायन करदी रवे, ते मिटे कमाते अवगुण मेरे। किन्ने को अवगुण ने साडे विच, कोई अंदाजा लगा सकता है? तुहाडे आले दुआले ते समुंदर है, समुंदर च किन्ना को पानी है, तुसीं अंदाजा लगा सकते हो किन्ने लीटर पानी है? माप सकते हो? ते पातशाह जी ने ते बख्श की, जेता समुंद सागर नीर भरिया, तेते अवगुण हमारे, दया करो किश मेहर उपावो, डुबदे पत्थर तारे। जिन्ना समुंदर विच पानी है मैं कोई गिनती नहीं करदा, 7 पाप 70 या इन्ने हज़ार अनगिनत पाप ने मेरे विच। कृपा करो दीन के दाते, मेरा गुण अवगण,
ना विचारो कोई, माटी का क्या धोपै स्वामी मानस की गत एही। मेरे ਜਿਹੜੇ ਸਾਰੇ ਕਮਾਏ ਹੋਏ ਪਾਪ ਨੇ ਇਹ ਸਾਰੇ ਦੂਰ ਹੋ ਜਾਣ। ਮਿਟੇ ਕਮਾਤੇ ਅਵਗੁਣ ਮੇਰੇ, ਸਿਮਰ ਸਿਮਰ ਸੁਆਮੀ ਮਨ ਜੀਵੈ, ਪੰਜ ਦੂਤ ਤਜ ਤੰਗਨਾ। ਤੇਰਾ ਨਾਮ ਸਿਮਰ ਸਿਮਰ ਕੇ ਹੈ ਸੁਆਮੀ, ਤੇ ਸਿਮਰਨ ਦੀ ਬਰਕਤ ਨਾਲ ਕੀ ਹੋਵੇ, ਪੰਜ ਦੂਤ ਜਿਹੜੇ ਨੇ ਇਹ ਮੇਰਾ ਖੇੜਾ ਛੱਡ ਜਾਣ। ਤਜ ਜਿਹੜੇ ਮੈਨੂੰ ਤੰਗਨਾ, ਤੰਗਨਾ ਮੈਨੇ ਬਹੁਤ ਤੰਗ ਕਰਦੇ ਨੇ, ਇਹ ਬਹੁਤ ਤੰਗ ਕਰਦੇ ਜੇ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਨ ਹਾਰੇ। ਖੇਦ ਕरें ਔਰ ਬਹੁਤ ਸੰਤਾਵੇਂ, ਆਇਓ ਸ਼ਰਨ ਤੁਹਾਰੇ। ਇਹ ਬੜੇ ਸਤਾਉਂਦੇ ਨੇ, ਬੜਾ ਦੁਖੀ ਕਰਦੇ ਨੇ। ਮੈਂ ਤੇਰੀ ਸ਼ਰਨ ਵਿੱਚ ਆਇਆ ਵਾਂ, ਕਿਰਪਾ ਕਰਕੇ ਜਿਹੜੇ ਮੈਨੂੰ ਤੰਗ ਕਰਦੇ ਨੇ ਇਹਨਾਂ ਤੋਂ ਮੈਨੂੰ ਬਚਾ ਲੈ। ਤੇ ਬਚਾਉਣ ਵਾਲਾ ਗੁਰੂ ਕੇ ਪਿਆਰ ਵਾਲਿਓ, ਬਸ ਜੇ ਆਪਾਂ ਬਚ ਸਕਦੇ ਹਾਂ ਉਹ ਕੇਵਲ ਤੇ ਕੇਵਲ ਇੱਕੋ ਹੀ ਹੈ, ਉਹ ਗੁਰੂ ਕੀ ਮੱਤ ਤੇ ਗੁਰੂ ਦੀ ਮੱਤ ਦੁਆਰਾ ਦ੍ਰਿੜ ਕੀਤਾ ਹੋਇਆ ਨਾਮ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ। ਮਨ ਜਿਹੜਾ ਹੈ ਆਤਮਿਕ ਜੀਵਨ ਜੀਵੇ ਤੇ ਇਹ ਪੰਜ ਵਿਕਾਰ ਜਿਹੜੇ ਨੇ ਭਾਵ ਇਹ ਮੇਰੇ ਵਸ ਵਿੱਚ ਹੋ ਜਾਣ, ਮੈਂ ਇਹਨਾਂ ਦੇ ਵਸ ਵਿੱਚ ਰਹਿ ਕੇ ਨਾ ਜੀਵਨ ਬਤੀਤ ਕਰਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਇੱਕ ਕਵਿਤ ਦੇ ਅੰਦਰ ਸਰੀਰਕ ਇੰਦਰੀਆਂ ਦੀ ਸਫਲਤਾ ਦਾ ਰਾਜ਼ ਖੋਲ੍ਹਿਆ ਹੈ। ਭਾਈ ਸਾਹਿਬ ਕਹਿੰਦੇ ਨੇ, ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਜੇ ਮਨੁੱਖਾ ਜਨਮ ਨੂੰ ਸਫਲ ਕਰਨਾ ਹੈ ਨਾ ਤੇ ਗੁਰੂ ਦੇ ਸ਼ਰਨ ਚਰਨ ਵਿੱਚ ਆ ਜਾਓ। ਫਿਰ ਆਖਣ ਲੱਗੇ, ਲੋਚਨ ਅਮੋਲ ਗੁਰ ਦਰਸ਼ ਅਮੋਲ ਦੇਖੇ। ਮੇਰੇ ਗੁਰੂ ਦੇ ਦਰਸ਼ਨ ਅਮੁੱਲ ਜੇ, ਅਮੁੱਲ ਗੁਣ ਅਮੁੱਲ ਵਪਾਰ। ਮੇਰਾ ਗੁਰੂ ਵੀ ਅਮੁੱਲ ਹੈ। ਇਹ ਨਾ ਸੋਚੋ ਗੁਰੂ ਗ੍ਰੰਥ ਸਾਹਿਬ ਦੀ ਕੀਮਤ ਆਪਾਂ ਦੇ ਕੇ ਕੁਝ ਖਰੀਦ ਕੇ ਲਿਆਏ ਤੇ ਮੈਂ ਕਿਹਾ ਗੁਰੂ ਨੂੰ ਮੁੱਲ ਖਰੀਦ ਲਿਆ। ਨਾ, ਇਹ ਤੇ ਕਿਰਤਕ ਹੈ। ਜਿਹੜੇ ਛਾਪਦੇ ਨੇ ਉਹ ਥੋੜੀ ਭੇਟਾ ਲੈਂਦੇ ਨੇ, ਉਹਨਾਂ ਕਿਰਤਕ ਹੈ। ਗੁਰੂ ਦਾ ਕੋਈ ਮੁੱਲ ਨਹੀਂ ਜੇ। ਲੋਚਨ ਅਮੋਲ, ਉਹ ਅੱਖਾਂ ਵੀ ਅਮੋਲ ਹੋ ਜਾਂਦੀਆਂ ਨੇ। ਦਰਸ਼ ਅਮੋਲ ਦੇਖੇ, ਸ਼ਰਵਨ ਅਮੋਲ ਗੁਰ ਬਚਨ ਧਰਨ ਕੈ। ਉਹ ਜਿਹੜੇ ਗੁਰੂ ਦੇ ਬਚਨਾਂ ਨੂੰ ਸੁਣ ਕੇ ਅੰਦਰ ਟਿਕਾ ਲੈਂਦੇ ਨੇ ਉਹ ਕੰਨ ਵੀ ਅਮੋਲ ਹੋ ਜਾਂਦੇ ਜੇ। ਨਾਸਕਾ ਅਮੋਲ ਚਰਨਾਰ ਬਿੰਦ ਬਾਸ਼ਨਾ ਕੈ। ਉਹ ਨਾਸਕਾਵਾਂ ਵੀ ਅਮੋਲ ਹੋ ਜਾਂਦੀਆਂ ਨੇ ਜਿਹੜੀਆਂ ਆ ਕੇ ਗੁਰੂ ਦੇ ਸ਼ਬਦ ਰੂਪੀ ਕਮਲ ਫੁੱਲ ਨਾਲ ਇੱਥੇ ਆ ਕੇ ਪਿਆਰ ਪਾ ਕੇ ਗੁਣਾਂ ਦੀ ਸੁਗੰਧੀ ਇੱਥੋਂ ਲੈਂਦੀਆਂ ਨੇ। ਨਾਸਕਾ ਅਮੋਲ ਚਰਨਾਰ ਬਿੰਦ ਬਾਸ਼ਨਾ ਕੈ, ਰਸਨਾ ਅਮੋਲ ਗੁਰ ਮੰਤਰ ਉਚਰਨ ਕੈ। ਉਹ ਰਸਨਾ ਵੀ ਅਮੋਲ ਹੋ ਜਾਂਦੀ ਹੈ ਜਿਹੜੇ ਅਮੋਲ ਗੁਰੂ ਦਾ ਅਮੋਲ ਮੰਤਰ ਉਚਾਰਨ ਕਰਦੀ ਹੈ। ਹਸਤ ਅਮੋਲ ਗੁਰਦੇਵ ਸੇਵ ਸਫਲ ਕੈ, ਚਰਨ ਅਮੋਲ ਪ੍ਰਦਛਨਾ ਕਰਨ ਕੈ। ਹੱਥ ਵੀ ਧਨਤਾ ਦੇ ਯੋਗ ਨੇ, ਅਮੋਲ ਨੇ ਜਿਹੜੇ ਆ ਕੇ ਗੁਰੂ ਗੁਰਸਿੱਖਾਂ ਦੀ ਸੇਵਾ ਕਰਦੇ ਨੇ। ਚਰਨ ਵੀ ਅਮੋਲ ਨੇ ਜਿਹੜੇ ਇੱਥੇ ਆ ਕੇ ਸਤਿਗੁਰੂ ਦੇ ਦਰ ਦੀ ਪਰਿਕਰਮਾ ਕਰਦੇ ਨੇ, ਘਰ ਕੋ ਚੱਲ ਕੇ ਆਉਂਦੇ ਨੇ। ਸਤਿਗੁਰੂ ਰਹਿਮਤ ਕਰਨ, ਮੇਰੇ ਕਿਰਪਾਲੂ ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ। ਕੰਨਾਂ ਦੇ ਨਾਲ ਸਾਨੂੰ ਗੁਰਬਾਣੀ ਸਰਵਨ ਕਰਨ ਦੀ ਜਾਚ ਆ ਜਾਏ। ਗੁਰੂ ਕੇ ਪਿਆਰ ਵਾਲਿਓ, ਚੰਗੇ ਕਰਮ ਕਰਦੇ ਹਾਂ ਅਸੀਂ ਸੰਗਾ ਨਾ ਕਰੀਏ, ਹੋਰ ਰਸਨਾ ਦੇ ਨਾਲ ਉਸ ਪਰਮਾਤਮਾ ਦੇ ਗੁਣ ਗਾਇਨ ਕਰੀਏ ਤਾਂ ਕਿ ਸਾਡੇ ਅੰਦਰੋਂ ਜਿਹੜੇ ਅਵਗੁਣ ਨੇ ਸਾਰੇ ਦੂਰ ਹੋ ਜਾਣ, ਸਾਡਾ ਮਨ ਆਤਮਿਕ ਜੀਵਨ ਜੀਵੇ ਤੇ ਨਾਲ ਨਾਲ ਇਹਨਾਂ ਪੰਜਾਂ ਵਿਕਾਰਾਂ ਤੋਂ ਵੀ ਖਹਿੜਾ ਛੁੱਟ ਜਾਏ, ਇਹ ਵਸ ਵਿੱਚ ਹੋ ਜਾਣ। ਧੰਨਵਾਦ ਕੋਟਾਨ ਕੋਟ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪ ਬਖਸ਼ਿਸ਼ ਕਰਕੇ ਇਹ ਵਿਚਾਰਾਂ ਦੀ ਸੇਵਾ ਲਈ ਹੈ। ਵਿਚਾਰ ਕਰਦੇ ਹਾਂ ਫਿਰ ਵੀ ਭੁੱਲਾਂ ਹੋ ਜਾਂਦੀਆਂ ਨੇ, ਭੁੱਲਾਂ ਮੇਰੀਆਂ ਜਾਣ ਕੇ ਮੇਰੀ ਝੋਲੀ ਵਿੱਚ ਪਾ ਦੇਣੀਆਂ। ਗੁਰਮਤਿ ਅਨੁਸਾਰ ਕਹੇ ਬਚਨ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਣ। ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ